ਸਤਿ ਸ੍ਰੀ ਅਕਾਲ। ਸੱਚੀ ਖੁਸ਼ੀ ਹੀ ਸੱਚੀ ਸਫਲਤਾ ਹੈ। ਸੱਚੀ ਖੁਸ਼ੀ ਪ੍ਰਾਪਤ ਕਰਨ ਦੀ ਚਾਹਤ ਹੀ ਜੀਵਨ ਵਿੱਚ ਤੁਹਾਡੀ ਸੱਚੀ ਸਫਲਤਾ ਹੈ। ਇਸ ਤੋਂ ਜ਼ਿਆਦਾ ਜ਼ਿੰਦਗੀ ਵਿੱਚ ਹੋਰ ਕੁਝ ਵੀ ਮਹੱਤਵਪੂਰਨ ਨਹੀਂ ਹੈ। ਸੱਚਾਈ ਦੀ ਜਗ੍ਹਾ ਕੋਈ ਵੀ ਦੂਸਰੀ ਚੀਜ਼ ਨਹੀਂ ਲੈ ਸਕਦੀ। ਜੇਕਰ ਤੁਸੀਂ ਜ਼ਿੰਦਗੀ ਵਿੱਚ ਹਰ ਕੁਝ ਪ੍ਰਾਪਤ ਕਰ ਲਿਆ ਹੈ ਪਰ ਖੁਸ਼ ਨਹੀਂ ਹੋਏ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਵਾਸਤਵ ਵਿੱਚ ਮਨੁੱਖ ਦੇ ਰੂਪ ਵਿੱਚ ਆਪਣੀ ਪੂਰਨ ਸੁਭਾਵਨਾ ਤੱਕ ਪਹੁੰਚਣੇ ਵਿੱਚ ਕਾਮਯਾਬ ਨਹੀਂ ਹੋ ਸਕੇ। ਮਨੁੱਖ ਸਾਰਿਆਂ ਪ੍ਰਾਣੀਆਂ ਵਿੱਚੋਂ ਉਹ ਪ੍ਰਾਣੀ ਹੈ ਜੋ ਲਕਸ਼ ਅਤੇ ਨਤੀਜਾ ਪ੍ਰਾਪਤ ਕਰਨ ਦੀ ਦਿਸ਼ਾ ਵੱਲ ਕੰਮ ਕਰਦਾ ਹੈ। ਹਰ ਲਕਸ਼ ਦੇ ਬਾਅਦ ਦੂਸਰਾ ਲਕਸ਼ ਸਾਹਮਣੇ ਆ ਜਾਂਦਾ ਹੈ। ਅੰਤ ਫਿਰ ਇੱਕ ਹੋਰ ਲਕਸ਼। ਜਦੋਂ ਤੱਕ ਕਿ ਤੁਸੀਂ ਮਾਨਵ ਜੀਵਨ ਦੀ ਸਭ ਤੋਂ ਬੁਨਿਆਦੀ ਸ਼ਕਤੀ 'ਤੇ ਨਹੀਂ ਪਹੁੰਚ ਜਾਂਦੇ। ਇਹ ਬੁਨਿਆਦੀ ਸ਼ਕਤੀ ਹੋਰ ਕੁਝ ਨਹੀਂ, ਇਹ ਖੁਸ਼ ਰਹਿਣੇ ਦੀ ਇੱਛਾ ਹੈ। ਤੁਸੀਂ ਸਿਰਫ ਤਾਂ ਹੀ ਸੱਚਮੁੱਚ ਖੁਸ਼ ਰਹਿ ਸਕਦੇ ਹੋ ਜਦੋਂ ਤੁਹਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸਭ ਮੈਂ ਜੋਤ ਜੋਤ ਹੈ ਸੋਏ, ਜੇਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ। ਪਰ ਕਾ ਬੁਰਾ ਨ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਹੋਰ ਜੇ ਕੁਛ ਮੰਗਣਾ 100 ਦੁੱਖਾਂ ਦੇ ਦੁੱਖ, ਦੇ ਨਾਮ ਸੰਤੋਖੀਆ ਉਤਰੇ ਮਨ ਦੀ ਭੁੱਖ। ਮਨ ਜੀਤੇ ਜਗ ਜੀਤ। ਜਦੋਂ ਤੁਸੀਂ ਪੂਰੀ ਤਰ੍ਹਾਂ ਮਹਿਸੂਸ ਕਰਦੇ ਹੋ ਤੁਹਾਡਾ ਆਪਣੇ ਜੀਵਨ 'ਤੇ ਪੂਰਾ ਕੰਟਰੋਲ ਹੈ, ਸਿਰਫ ਤਾਂ ਹੀ ਤੁਹਾਨੂੰ ਸੱਚੀ ਸੰਤੁਸ਼ਟੀ ਮਿਲਦੀ ਹੈ। ਤੁਸੀਂ ਉਸ ਹੱਦ ਤੱਕ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰ ਸਕਦੇ ਹੋ ਜਿਸ ਹੱਦ ਤੱਕ ਤੁਹਾਡੇ ਜੀਵਨ ਉੱਤੇ ਤੁਹਾਡਾ ਕੰਟਰੋਲ ਰਹਿੰਦਾ ਹੈ, ਅਤੇ ਤੁਸੀਂ ਉਸੇ ਹੱਦ ਤੱਕ ਨਾ ਖੁਸ਼ ਮਹਿਸੂਸ ਕਰਦੇ ਹੋ ਜਿਸ ਹੱਦ ਤੱਕ ਤੁਹਾਨੂੰ ਲੱਗਦਾ ਹੈ ਕਿ ਕੰਟਰੋਲ ਤੁਹਾਡੇ ਹੱਥ ਵਿੱਚ ਨਹੀਂ ਹੈ ਅਤੇ ਦੂਸਰੇ ਲੋਕ ਤੁਹਾਨੂੰ ਕੰਟਰੋਲ ਕਰ ਰਹੇ ਹਨ। ਡਾਕਟਰਾਂ ਨੇ ਮਨੁੱਖ ਦੇ ਅੰਦਰਲੇ ਕੰਟਰੋਲ ਕੇਂਦਰ 'ਤੇ ਰਿਸਰਚ ਕੀਤੀ ਹੈ। ਇਸ ਨੂੰ 50 ਸਾਲ ਦਾ ਸਮਾਂ ਲੱਗਿਆ ਹੈ ਅਤੇ ਇਸ ਉੱਤੇ ਹਜ਼ਾਰਾਂ ਪੁਸਤਕਾਂ ਅਤੇ ਲੇਖ ਲਿਖੇ ਗਏ ਹਨ। ਇਹਨਾਂ ਦਾ ਕਹਿਣਾ ਹੈ ਕਿ ਜਦੋਂ ਤੁਹਾਨੂੰ ਤਣਾਅ ਰਹਿੰਦਾ ਹੈ ਅਤੇ ਦੁੱਖ ਵੀ ਪੈਦਾ ਹੁੰਦਾ ਹੈ, ਤਾਂ ਤੁਸੀਂ ਆਪਣੇ ਆਪ ਨੂੰ ਬਾਹਰਲੇ ਹਾਲਾਤਾਂ ਦੇ ਕੰਟਰੋਲ ਵੱਸ ਵਿੱਚ ਮਹਿਸੂਸ ਕਰਦੇ ਹੋ। ਜਦੋਂ ਤੁਹਾਡਾ ਕੰਟਰੋਲ ਕੇਂਦਰ ਤੁਹਾਡੇ ਵੱਸ ਵਿੱਚ ਹੁੰਦਾ ਹੈ, ਆਂਤਰਿਕ ਹੁੰਦਾ ਹੈ, ਜਦੋਂ ਤੁਹਾਨੂੰ ਲੱਗਦਾ ਹੈ ਕਿ ਸਾਰਾ ਕੁਝ ਤੁਹਾਡੇ ਵੱਸ ਵਿੱਚ ਹੀ ਹੈ, ਹੱਥ ਵਿੱਚ ਹੈ, ਤੁਸੀਂ ਆਪਣੇ ਡਿਸੀਜ਼ਨ ਆਪ ਲੈਂਦੇ ਹੋ ਅਤੇ ਆਪਣੇ ਨਾਲ ਹੋਣ ਵਾਲੀ ਜਾਇਦਾਦ ਚੀਜ਼ਾਂ ਦਾ ਆਪ ਹੀ ਫੈਸਲਾ ਕਰਦੇ ਹੋ। ਤੁਹਾਡਾ ਕੰਟਰੋਲ ਕੇਂਦਰ ਆਂਤਰਿਕ ਹੋਣੇ ਕਰਕੇ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਆਪਣੇ ਜੀਵਨ ਦੀ ਬਾਗਡੋਰ ਤੁਹਾਡੇ ਹੀ ਹੱਥ ਵਿੱਚ ਹੈ ਅਤੇ ਆਪਣੀ ਗੱਡੀ ਤੁਸੀਂ ਆਪ ਹੀ ਚਲਾ ਰਹੇ ਹੋ। ਇਸ ਲਈ ਤੁਸੀਂ ਸ਼ਕਤੀਸ਼ਾਲੀ ਅਤੇ ਖੁਸ਼ ਮਹਿਸੂਸ ਕਰਦੇ ਹੋ। ਜਦੋਂ ਤੁਹਾਨੂੰ ਲੱਗਦਾ ਹੈ ਕਿ ਕੰਟਰੋਲ ਤੁਹਾਡੇ ਵੱਸ ਵਿੱਚ ਨਹੀਂ ਹੈ ਜਾਂ ਆਪਣੇ ਜੀਵਨ ਨੂੰ ਦਿਸ਼ਾ ਦੇਣ ਦੀ ਬਹੁਤ ਘੱਟ ਸ਼ਕਤੀ ਹੈ। ਜਿਸ ਤਰ੍ਹਾਂ ਕੰਮ ਤੇ ਜੋਬ ਦੇ ਉੱਤੇ ਕੰਮ ਤਾਂ ਤੁਸੀਂ ਇਮਾਨਦਾਰੀ ਨਾਲ ਕਰਦੇ ਹੋ, ਪਰ ਬੌਸ ਪ੍ਰਮੋਸ਼ਨ ਆਪਣੇ ਕਿਸੇ ਫਰੈਂਡ ਨੂੰ ਦੇ ਰਿਹਾ ਹੈ, ਪਰ ਤੁਹਾਡੇ ਕੋਲ ਜਮਾਂ ਪੈਸਾ ਵੀ ਨਹੀਂ ਹੈ ਕਿ ਤੁਸੀਂ ਕੰਮ ਛੱਡਣ ਤੋਂ ਡਰਦੇ ਹੋ, ਤਾਂ ਤੁਹਾਨੂੰ ਕਾਫੀ ਤਣਾਅ ਅਤੇ ਚਿੰਤਾ ਦਾ ਅਨੁਭਵ ਹੁੰਦਾ ਹੈ। ਇਸ ਵਜ੍ਹਾ ਨਾਲ ਤੁਸੀਂ ਖਰਾਬ ਕੰਮ ਕਰਦੇ ਹੋ, ਜਿਸ ਨਾਲ ਇਸ ਗੱਲ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ ਕਿ ਬਾਸ ਤੁਹਾਨੂੰ ਨੌਕਰੀ ਤੋਂ ਕੱਢ ਦੇਵੇਗਾ, ਤਾਂ ਹਾਲਾਤ ਹੋਰ ਵੀ ਵਿਗੜ ਜਾਣਗੇ। ਅੱਜ ਹੀ ਆਪਣੇ ਜੀਵਨ ਦਾ ਪੂਰਾ ਕੰਟਰੋਲ ਆਪਣੇ ਹੱਥ ਵਿੱਚ ਲੈਣੇ ਦਾ ਫੈਸਲਾ ਕਰੋ। ਅਹਿਸਾਸ ਕਰੋ ਅਤੇ ਸਵੀਕਾਰ ਕਰੋ ਕਿ ਤੁਸੀਂ ਆਪਣੇ ਫੈਸਲੇ ਆਪ ਲੈਂਦੇ ਹੋ। ਕਿਸੇ ਨੂੰ ਵੀ ਕ੍ਰਿਟੀਸਾਈਜ਼ ਨਹੀਂ ਕਰੋ। ਤੁਸੀਂ ਜਿੱਥੇ ਹੋ, ਜਿਸ ਹਾਲ ਵਿੱਚ ਹੋ, ਆਪਣੇ ਹੀ ਕਾਰਨ ਹੋ। ਜੇਕਰ ਕਿਸੇ ਕਾਰਨ ਤੁਸੀਂ ਆਪਣੇ ਜੀਵਨ ਵਿੱਚ ਖੁਸ਼ ਨਹੀਂ ਹੋ, ਤਾਂ ਸਥਿਤੀ ਨੂੰ ਬਦਲਣੇ ਲਈ ਜੋ ਵੀ ਜ਼ਰੂਰੀ ਹੈ ਉਸ ਨੂੰ ਕਰਨੇ ਲਈ ਆਪਣੇ ਆਪ ਨੂੰ ਕਾਬਲ ਬਣਾਓ। ਤੁਹਾਨੂੰ ਇਹ ਲੱਗਦਾ ਹੋਵੇਗਾ ਕਿ ਖੁਸ਼ ਰਹਿਣ ਲਈ ਕੁਝ ਖਾਸ ਹਾਲਾਤ ਹੋਣੇ ਚਾਹੀਦੇ ਹਨ, ਪਰ ਤੁਹਾਡੇ ਮਨ ਚਾਹੇ ਹਾਲਾਤ ਜਦੋਂ ਥੋੜ੍ਹੇ ਜਿਹੇ ਵਿਗੜ ਜਾਂਦੇ ਹਨ, ਉਸ ਅੰਤਰ ਵਿੱਚ ਹੀ ਪਤਾ ਲੱਗਦਾ ਹੈ ਕਿ ਤੁਸੀਂ ਖੁਸ਼ ਹੋ ਜਾਂ ਦੁਖੀ ਹੋ। ਇਹ ਬਹੁਤ ਹੱਦ ਤੱਕ ਤੁਹਾਡੇ ਆਪਣੇ ਸੁਭਾਅ ਅਤੇ ਫੈਸਲੇ ਦਾ ਮਾਮਲਾ ਹੁੰਦਾ ਹੈ। ਸਿਰਫ ਗਿਆਨ ਨਾਲ ਸਮਝਣਾ ਹੈ ਕਿ ਮਾਮਲਾ ਠੀਕ ਹੈ ਜਾਂ ਮਾਮਲਾ ਗੜਬੜ ਹੈ। ਜਦੋਂ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ 'ਤੇ ਲੱਗਦਾ ਹੈ ਤਾਂ 2-3 ਲੱਖ ਰੁਪਇਆ ਸਾਲ ਦੀ ਆਮਦਨੀ ਵੀ ਬਹੁਤ ਵੱਡੀ ਰਕਮ ਲੱਗਦੀ ਹੈ, ਪਰ ਇਸ ਲਕਸ਼ 'ਤੇ ਪਹੁੰਚਣ ਤੋਂ ਬਾਅਦ ਲੋਕ ਇਸ ਗੱਲ ਨੂੰ ਲੈ ਕੇ ਦੁਖੀ ਹੋ ਜਾਂਦੇ ਹਨ, ਤੁਸੀਂ ਉਸ ਤੋਂ ਜ਼ਿਆਦਾ ਕਿਉਂ ਨਹੀਂ ਕਮਾਉਂਦੇ ਹੋ।
ਜੋ ਕੁਝ ਲੋਕ ਕਈ ਲੋਕ ਸਾਲ ਵਿੱਚ 15-20 ਲੱਖ ਕਮਾਉਣ ਦੇ ਬਾਵਜੂਦ ਵੀ ਦੁਖੀ ਹਨ, ਕਿਉਂਕਿ ਉਹਨਾਂ ਨੇ 1 ਕਰੋੜ ਨਹੀਂ ਕਮਾਇਆ। ਖੁਸ਼ੀ ਦੇ ਬਾਰੇ ਵਿੱਚ ਇੰਟਰਸਟਿਡ ਗੱਲ ਤਾਂ ਇਹ ਹੈ ਕਿ ਇਹ ਕੋਈ ਲਕਸ਼ ਨਹੀਂ ਹੈ ਕਿ ਖੁਸ਼ੀ 'ਤੇ ਨਿਸ਼ਾਨਾ ਲਗਾਓ ਅਤੇ ਖੁਸ਼ੀ ਮਿਲ ਜਾਵੇ। ਖੁਸ਼ੀ ਤਾਂ ਪ੍ਰਾਪਤ ਹੁੰਦੀ ਹੈ ਜੇਕਰ ਤੁਸੀਂ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਵਿੱਚ ਜੁੜ ਜਾਵੋ ਜਿਸ ਵਿੱਚ ਤੁਹਾਨੂੰ ਸੱਚਮੁੱਚ ਆਨੰਦ ਆਉਂਦਾ ਹੋਵੇ, ਅਤੇ ਉਸ ਕੰਮ ਨੂੰ ਇਸ ਤਰ੍ਹਾਂ ਦੇ ਲੋਕਾਂ ਨਾਲ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ, ਜਿਨ੍ਹਾਂ ਦੀ ਤੁਸੀਂ ਰਿਸਪੈਕਟ ਕਰਦੇ ਹੋ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਮਹੱਤਵਪੂਰਨ ਚੀਜ਼ ਜਾਂ ਆਪਣੇ ਸਭ ਤੋਂ ਮਹੱਤਵਪੂਰਨ ਲਕਸ਼ ਦੇ ਨਜ਼ਦੀਕ ਪਹੁੰਚਦੇ ਜਾ ਰਹੇ ਹੋ, ਤਾਂ ਤੁਹਾਨੂੰ ਪਰਮਾਨੈਂਟ ਖੁਸ਼ੀ ਮਹਿਸੂਸ ਹੋਵੇਗੀ ਅਤੇ ਮਨ ਦੀ ਪ੍ਰੀਤ ਸੱਚੀ ਖੁਸ਼ੀ ਨਾਲ ਹੋ ਜਾਵੇਗੀ। ਸਾਚੀ ਪ੍ਰੀਤ ਹਮ ਤੁਮਸਿਓ ਜੋੜੀ, ਅਬਰ ਸੰਗ ਤੋੜ ਤੇਰੇ ਸੰਗ ਜੋੜੀ। ਅੱਜ ਦੀ ਕਹਾਣੀ ਹੈ, ਇੱਕ ਵਾਰ ਬੁੱਧ ਨੂੰ ਉਸ ਦੇ ਕਿਸਾਨ ਭਗਤ ਨੇ ਪਿੰਡ ਵਿੱਚ ਬੁਲਾਇਆ। ਸ਼ਾਮ ਨੂੰ ਉਸਨੇ ਬੁੱਧ ਦੇ ਪ੍ਰਵਚਨ ਸੁਣਨ ਵਾਸਤੇ ਸਭ ਲੋਕਾਂ ਨੂੰ ਸੱਦਿਆ। ਬੁੱਧ ਦੇ ਪ੍ਰਵਚਨ ਸੁਣਨ ਲਈ ਪਿੰਡ ਵਿੱਚੋਂ ਸਾਰੇ ਲੋਕ ਆਏ, ਪਰ ਕਿਸਾਨ ਭਗਤ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਸੀ। ਪਿੰਡ ਦੇ ਲੋਕਾਂ ਵਿੱਚ ਕਾਨਾਫੂਸੀ ਹੋਣ ਲੱਗ ਪਈ ਕਿ ਕਿਸ ਤਰ੍ਹਾਂ ਦਾ ਭਗਤ ਹੈ, ਪ੍ਰੋਗਰਾਮ ਰੱਖ ਕੇ ਆਪ ਕਿਤੇ ਗਾਇਬ ਹੋ ਗਿਆ ਹੈ। ਪ੍ਰਵਚਨ ਖਤਮ ਹੋਣੇ ਬਾਅਦ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਗਏ। ਰਾਤ ਨੂੰ ਕਿਸਾਨ ਵਾਪਸ ਘਰ ਆਇਆ ਤਾਂ ਬੁੱਧ ਨੇ ਪੁੱਛਿਆ, ਕਿੱਥੇ ਚਲੇ ਗਏ ਸੀ? ਪਿੰਡ ਦੇ ਸਾਰੇ ਲੋਕ ਤੁਹਾਨੂੰ ਪੁੱਛ ਰਹੇ ਸਨ। ਕਿਸਾਨ ਨੇ ਕਿਹਾ ਕਿ ਜਦੋਂ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਹੋ ਗਿਆ ਤਾਂ ਅਚਾਨਕ ਮੇਰਾ ਬੈਲ ਬਿਮਾਰ ਹੋ ਗਿਆ। ਪਹਿਲਾਂ ਤਾਂ ਮੈਂ ਦੇਸੀ ਦਵਾ ਦਾਰੂ ਕਰਕੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦ ਉਸ ਦੀ ਸਿਹਤ ਜ਼ਿਆਦਾ ਖਰਾਬ ਹੋਣ ਲੱਗੀ ਤਾਂ ਮੈਨੂੰ ਉਸ ਨੂੰ ਪਸ਼ੂਆਂ ਦੇ ਡਾਕਟਰ ਕੋਲ ਲੈ ਕੇ ਜਾਣਾ ਪਿਆ। ਜੇਕਰ ਮੈਂ ਉਸ ਨੂੰ ਨਾ ਲੈ ਕੇ ਜਾਂਦਾ ਤਾਂ ਉਹ ਬਚ ਨਹੀਂ ਸਕਦਾ ਸੀ। ਤੁਹਾਡੇ ਪ੍ਰਵਚਨ ਤਾਂ ਮੈਂ ਬਾਅਦ ਵਿੱਚ ਵੀ ਸੁਣ ਸਕਦਾ ਹਾਂ। ਅਗਲੇ ਦਿਨ ਜਦ ਪਿੰਡ ਵਾਲੇ ਬੁੱਧ ਦੇ ਕੋਲ ਆਏ ਤਾਂ ਉਹਨਾਂ ਨੇ ਕਿਸਾਨ ਦੀ ਸ਼ਿਕਾਇਤ ਕਰਦੇ ਹੋਏ ਕਿਹਾ, ਇਹ ਤਾਂ ਤੁਹਾਡਾ ਭਗਤ ਹੋਣ ਦਾ ਦਿਖਾਵਾ ਕਰਦਾ ਹੈ, ਪ੍ਰਵਚਨਾਂ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਕੇ ਆਪ ਹੀ ਗਾਇਬ ਹੋ ਗਿਆ। ਬੁੱਧ ਨੇ ਪਿੰਡ ਵਾਲਿਆਂ ਨੂੰ ਬੈਲ ਦੇ ਬਿਮਾਰ ਹੋ ਜਾਣ ਦੀ ਸਾਰੀ ਕਹਾਣੀ ਸੁਣਾਈ ਅਤੇ ਉਹਨਾਂ ਨੂੰ ਸਮਝਾਇਆ। ਕਿਸਾਨ ਨੇ ਪ੍ਰਵਚਨ ਸੁਣਨੇ ਦੀ ਬਜਾਏ ਚੰਗਾ ਕੰਮ ਕਰਨ ਨੂੰ ਮਹੱਤਵ ਦੇ ਕੇ ਇਹ ਸਿੱਧ ਕਰ ਦਿੱਤਾ ਕਿ ਮੇਰੀ ਸਿੱਖਿਆ ਨੂੰ ਉਸਨੇ ਬਿਲਕੁਲ ਠੀਕ ਢੰਗ ਨਾਲ ਸਮਝਿਆ ਹੈ। ਹੁਣ ਉਸ ਨੂੰ ਮੇਰੇ ਪ੍ਰਵਚਨ ਸੁਣਨ ਦੀ ਕੋਈ ਜ਼ਰੂਰਤ ਨਹੀਂ ਹੈ। ਮੈਂ ਇਹੀ ਤਾਂ ਸਮਝਾਉਂਦਾ ਹਾਂ ਕਿ ਆਪਣੇ ਵਿਵੇਕ ਅਤੇ ਬੁੱਧੀ ਨਾਲ ਸੋਚੋ, ਲਕੀਰ ਦੇ ਫਕੀਰ ਨਾ ਬਣੋ। ਜਾ ਕੇ ਬਾਬਿਆਂ ਦੇ ਕੋਲ ਗੱਲਾਂ ਪੁੱਛਦੇ ਹਨ, ਬਾਬਾ ਜੀ ਮੇਰੇ ਮੁੰਡੇ ਦਾ ਵਿਆਹ ਰੱਖ ਲਵਾਂ, ਬਾਬਾ ਜੀ ਪਾਠ ਕਰ ਦੇਵੋ, ਮੇਰੀ ਗਾਂ ਬਿਮਾਰ ਹੋ ਗਈ ਹੈ। ਕਿ ਗਾਂ ਬਿਮਾਰ ਹੋ ਗਈ ਹੈ ਤਾਂ ਪਸ਼ੂਆਂ ਵਾਲੇ ਡਾਕਟਰ ਕੋਲ ਲੈ ਕੇ ਜਾ ਨਾ ਕਿ ਬਾਬੇ ਨੂੰ ਚੜਾਵਾ ਚੜਾ ਕੇ ਤੇਰੀ ਗਾਂ ਠੀਕ ਹੋ ਜਾਵੇਗੀ। ਆਪਣੀ ਬੁੱਧੀ ਨਾਲ ਸੋਚੋ, ਕਿਹੜਾ ਕੰਮ ਪਹਿਲਾਂ ਕਰਨਾ ਜ਼ਰੂਰੀ ਹੈ। ਕਿਸੇ ਨੂੰ ਤੁਹਾਡੇ ਘਰ ਦੇ ਹਾਲਤਾਂ ਬਾਰੇ ਨਹੀਂ ਪਤਾ ਹੁੰਦਾ। ਜੇਕਰ ਕਿਸਾਨ ਬਿਮਾਰ ਬੈਲ ਨੂੰ ਛੱਡ ਕੇ ਮੇਰੇ ਪ੍ਰਵਚਨ ਸੁਣਨੇ ਨੂੰ ਪਹਿਲ ਦਿੰਦਾ ਤਾਂ ਦੁਆ ਦੇ ਬਗੈਰ ਬੈਲ ਦੇ ਪ੍ਰਾਣ ਨਿਕਲ ਜਾਂਦੇ। ਉਸ ਦੇ ਬਾਅਦ ਤਾਂ ਮੇਰੇ ਪ੍ਰਵਚਨ ਵੀ ਵਿਅਰਥ ਹੀ ਜਾਂਦੇ। ਮੇਰੇ ਪ੍ਰਵਚਨਾਂ ਦਾ ਸਾਰ ਇਹੀ ਹੈ ਕਿ ਰਸਮਾਂ ਰਿਵਾਜ਼ਾਂ ਨੂੰ ਤਿਆਗ ਕੇ, ਲੋਕ ਲੱਜਾਂ ਨੂੰ ਛੱਡ ਕੇ ਸਭ ਤੋਂ ਪਹਿਲਾਂ ਪ੍ਰਾਣੀ ਦੀ ਰੱਖਿਆ ਕਰੋ। ਇਸ ਘਟਨਾ ਦੇ ਮਾਧਿਅਮ ਨਾਲ ਪਿੰਡ ਵਾਲਿਆਂ ਨੂੰ ਵੀ ਬੁੱਧ ਦੇ ਪ੍ਰਵਚਨਾਂ ਦਾ ਅਰਥ ਸਮਝ ਲਿਆ। ਸਪਿਰਿਚੁਅਲਿਟੀ ਇਜ਼ ਨਾਟ ਏ ਵਰਸ਼ਿਪ ਔਰ ਰਸਮ ਰਿਵਾਜ, ਇਟ ਇਜ਼ ਯੂਰ ਐਟੀਟਿਊਡ, ਆਦਤਾਂ ਟੁਵਰਡ ਯੂਰ ਸੈਲਫ ਐਂਡ ਅਦਰਸ ਵਿਚ ਮੇਕ ਲਾਈਫ ਜੋਏ ਰੈਦਰ ਦੈਨ ਸਟਰਗਲ। ਸਤਿ ਸ੍ਰੀ ਅਕਾਲ।